Hello students, welcome to the English class. Let's start with the reading skill. How to attempt reading comprehension. I am Anurag Sidhu, lecturer in English, Government Senior Secondary School, Ramgarh Pudda. We will be doing the latest style of reading comprehension. We are going to have to be very careful in attempting our reading comprehension passages. There are 4 skills of learning a language: listening, speaking, reading, writing. Reasons for poor reading comprehension are inability to understand a word or a sentence, lack of exposure to listening in English, lack of good vocabulary. Because if you have good vocabulary, only then the comprehension passages can be attempted well. Lack of interest. ਅਸੀਂ ਸੋਚਦੇ ਹਾਂ ਕਿ ਚਲੋ ਛੱਡੋ ਕੀ ਇਹ ਕਰਨਾ ਹੈ, ਬਟ ਪੁਆਇੰਟ ਇਹ ਹੈ ਕਿ ਰੀਡਿੰਗ ਕੰਪਰੀਹੈਂਸ਼ਨ ਕਰਦੇ ਹਾਂ ਤਾਂ ਵੀ ਵਿਲ ਬੀ ਏਬਲ ਟੂ ਅੰਡਰਸਟੈਂਡ ਈਚ ਐਂਡ ਐਵਰੀ ਪੈਰਾਗ੍ਰਾਫ ਵੇਅਰਐਵਰ ਵੀ ਰੀਡ ਇਟ. ਦੈਨ ਕਮਸ ਲੈਕ ਆਫ ਕੌਨਸਨਟ੍ਰੇਸ਼ਨ. ਜਦੋਂ ਅਸੀਂ ਪੈਰਾਗ੍ਰਾਫ ਪੜ੍ਹ ਰਹੇ ਹਾਂ ਤਾਂ ਅਸੀਂ ਸੋਚੋ ਕਿ ਦੂਸਰੇ ਪਾਸੇ ਧਿਆਨ ਨਹੀਂ ਦੇਣਾ. ਕੌਨਸਨਟ੍ਰੇਟ ਔਨ ਦ ਗਿਵਨ ਪੈਰਾਗ੍ਰਾਫ and attempt the answers according to the given paragraph. Previous knowledge ਜਿਹੜੀ ਤੁਹਾਡੀ ਕੋਈ otherwise ਹੈਗੀ ਹੈ ਉਸਦੀ ਉਹਨੂੰ use ਨਹੀਂ ਕਰਨਾ, ਸਿਰਫ ਉਹ knowledge use ਕਰਨੀ ਹੈ like vocabulary, synonyms, antonyms, opposites, ਉਹ ਵਾਲਾ ਆਪਾਂ use ਕਰ ਸਕਦੇ ਹਾਂ. ਬਟ ਜੋ ਕੁਝ ਪੈਰਾਗ੍ਰਾਫ 'ਚ ਲਿਖਿਆ ਹੋਇਆ ਹੈ ਅਸੀਂ ਉਸ ਨੂੰ ਹੀ ਮੇਨ ਸਾਹਮਣੇ ਰੱਖ ਕੇ ਅਸੀਂ ਉਸ ਪੈਰਾਗ੍ਰਾਫ ਦੇ ਵਿੱਚੋਂ ਹੀ ਜਵਾਬ ਲੱਭਣੇ ਹਨ. So general strategies for reading are: all the tasks require the following skills in attempting reading passages. Reading is the key to learning. You must understand this. So the skills followed are previewing. मतलब जिसनों ਅਸੀਂ ਕਹਿੰਦੇ ਆ ਪੈਰਾਗ੍ਰਾਫ ਦੀ ਸਰਸਰੀ ਜੀ ਨਜ਼ਰ ਮਾਰੋ ਤੇ ਦੇਖੋ ਕਿਸ ਬਾਰੇ ਹੈ. Then interpreting instructions and questions. ਅਸੀਂ instructions ਧਿਆਨ ਨਾਲ ਸਮਝਣੀਆਂ ਹਨ ਤੇ ਕੁਐਸਚਨਸ ਵੀ ਸਮਝਣੇ ਹਨ ਕਿ ਕੁਐਸਚਨ ਸਾਡੇ ਤੋਂ ਮੰਗ ਕੀ ਰਿਹਾ ਹੈ. ਵਾਟ ਇਜ਼ ਦ ਡਿਮਾਂਡ ਆਫ ਦ ਕੁਐਸਚਨ, ਵਾਟ ਇਜ਼ ਦ ਕੀਵਰਡ ਇਨ ਦ ਕੁਐਸਚਨ, ਉਹ ਅਸੀਂ ਅੰਡਰਲਾਈਨ ਕਰਨਾ ਹੈ ਤੇ ਉਸ ਤੋਂ ਬਾਅਦ ਪੈਰਾਗ੍ਰਾਫ ਪੜ੍ਹਦੇ ਹੋਏ, ਪੈਸੇਜ ਪੜ੍ਹਦੇ ਹੋਏ ਅਸੀਂ ਉਸ ਨੂੰ ਆਨਸਰ ਫਾਈਂਡ ਕਰਨਾ ਹੈ. ਦੈਨ ਕਮਸ ਸਕਿਮਿੰਗ ਫॉर ਜਨਰਲ ਆਈਡੀਆ ਆਫ ਸਮ ਟੈਕਸਟ. ਸਕਿਮਿੰਗ ਕੀ ਹੈ? ਸਕਿਮਿੰਗ ਹੈ ਕਿ ਉਸ ਦੀ ਜਿਸਟ ਪਤਾ ਕਰਨਾ, ਮੇਨ ਆਈਡੀਆ ਜਾਂ ਕੀ ਹੈ ਪੈਰਾਗ੍ਰਾਫ ਦਾ. ਦੈਨ ਕਮਸ ਸਕੈਨਿੰਗ ਫॉर ਸਪੈਸੀਫਿਕ ਆਨਸਰਸ. ਸਕੈਨਿੰਗ ਹੈਗਾ ਪਿਨ ਪੁਆਇੰਟ ਕਰ ਲੈਣਾ ਪੈਰਾਗ੍ਰਾਫ ਦੇ ਵਿੱਚ ਕਿ ਕਿਹੜੀ ਜਗ੍ਹਾ ਤੇ ਉਹ ਸੇਮ ਜਿਹੜਾ ਕੀਵਰਡ ਸੀਗਾ ਕੁਐਸਚਨ ਦੇ ਵਿੱਚ ਉਹ ਪੈਰਾਗ੍ਰਾਫ ਦੇ ਵਿੱਚ ਕਿੱਥੇ ਹੈ ਤੇ ਉਸ ਦਾ ਕੀ ਆਨਸਰ ਬਣਦਾ ਹੈ. ਦੈਨ ਰੀਡ ਦ ਕੁਐਸਚਨ ਅਗੇਨ ਐਂਡ ਚੈੱਕ ਯੋਰ ਆਨਸਰਸ. we'll start with the reading passage 1. Before you read the passage, let us read the questions first. Now questions ਨੂੰ ਸਮਝਣਾ ਹੈ ਕਿ ਇਹਦੇ ਵਿੱਚ ਕੀਵਰਡ ਕਿਹੜਾ ਹੈ. The other name of plastics. So word is other name ਤੇ plastics ਦਾ ਕੀ ਨਾਮ ਹੈ. ਸੋ ਇਹਦੇ ਵਿੱਚੋਂ ਆਪਾਂ ਲੱਭਣਾ ਹੈਗਾ ਕਿ ਕਿਹੜਾ ਉਹਦੇ ਵਿੱਚ ਆਨਸਰ ਹੋ ਸਕਦਾ ਹੈ ਕਿ plastics ਨੂੰ ਹੋਰ ਕੀ ਕਹਿੰਦੇ ਹਨ. So the question number 2 is plastics are also dash conductors of heat. So main word ਜਿਹੜਾ ਹੈਗਾ conductors ਹੈ, conductors of heat. ਤੇ ਉਸ ਤੋਂ ਬਾਅਦ ਆਪਾਂ 4 ਆਪਸ਼ਨਸ ਦੇ ਵਿੱਚੋਂ ਕੋਈ ਇੱਕ ਆਪਸ਼ਨ ਹੋ ਸਕਦੀ ਹੈ. ਆਈਦਰ ਉੱਥੇ ਗ੍ਰੇਟ ਲਿਖਿਆ ਹੋਊਗਾ, ਸਮਾਰਟ ਲਿਖਿਆ ਹੋਊਗਾ, ਪੂਅਰ ਹੋਏਗਾ ਜਾਂ ਗੁੱਡ ਹੋਏਗਾ. ਤਾਂ ਉਹ ਚੀਜ਼ ਆਪਾਂ ਨੇ ਨੋਟ ਕਰਨੀ ਹੈ ਫਰੋਮ ਦ ਪੈਰਾਗ੍ਰਾਫ. ਦੈਨ ਦ ਥਰਡ ਕੁਐਸਚਨ ਇਜ਼ ਪਲਾਸਟਿਕਸ ਆਰ ਇੰਪੋਰਟੈਂਟ ਕਲਾਸ ਆਫ ਵਾਟ. ਸੋ ਇੱਥੇ ਆਪਾਂ ਨੇ ਕਿਸ ਚੀਜ਼ ਦੀ ਹੈ ਕਿ ਉਹ ਪੈਟਰੋਲ, ਹੈਵਨ, ਸਿੰਥੈਟਿਕਸ, ਇਨਵਾਇਰਮੈਂਟ. ਪਲਾਸਟਿਕਸ ਆਰ ਕਿਹਦੇ ਵਿੱਚ ਹੋ ਸਕਦਾ ਹੈ? ਅਗਰ ਆਪਾਂ ਪਲਾਸਟਿਕਸ ਆਰ ਇੰਪੋਰਟੈਂਟ ਕਲਾਸ ਆਫ ਕਿਸ ਚੀਜ਼ ਦੀ ਹੈ ਉਹ ਆਪਾਂ ਨੇ ਫਾਈਂਡ ਕਰਨਾ ਹੈ. ਸੋ ਨੈਕਸਟ we'll read the passage and then find the question from 1 to 3. So this is the passage. Plastics form an important class of synthetics. Word ਸੀਗਾ class ਤੇ synthetics ਉਸਦਾ ਆਨਸਰ ਆਪਾਂ ਇੱਕ ਵਾਰੀ ਪੜ੍ਹਿਆ ਸੀ. Plastics are also polymers. ਸੋ ਆਪਾਂ ਨੇ ਇਹ ਵੀ ਪੜ੍ਹਿਆ ਸੀਗਾ ਕਿ ਵਰਡ ਇਹ ਉਹਦੇ ਵਿੱਚ ਕੁਐਸਚਨ 'ਚ ਮੈਂਸ਼ਨ ਹੋ ਗਿਆ ਸੀਗਾ. Since most plastics can be easily molded into any shape after heating, they are used for making a variety of objects of different shapes and sizes. Plastics are poor conductors of heat.
सो ये 3 वर्ड आपां नूं उहदे विचों पहले आपां क्वेश्चनस दे विच देखे सीगे, ਤਾਂ ਇਹ ਹੁਣ ਆਪਾਂ ਦੇਖਣਾ ਕਿ ਕਿਹੜਾ ਕਿਸ ਚੀਜ਼ ਦਾ ਆਨਸਰ ਹੈ। ਬਟ ਇੱਕ ਵਾਰੀ ਆਪਾਂ ਕੁਐਸਚਨ ਪੜਨ ਨਾਲ ਸਾਨੂੰ ਇਹ ਪਤਾ ਲੱਗ ਗਿਆ ਕਿ ਆਹ ਵਾਲੇ ਵਰਡਸ ਉਹਦੇ ਵਿੱਚ ਪਹਿਲਾਂ ਆਏ ਸੀਗੇ। ਸੋ ਵੀ ਵਿਲ ਲੁੱਕ ਐਟ ਦ ਕੁਐਸਚਨ ਅਗੇਨ। ਹਾਂਜੀ, ਕੁਐਸਚਨ ਨੰਬਰ, ਦ ਅਦਰ ਨੇਮ ਆਫ ਪਲਾਸਟਿਕਸ ਇਜ਼ ਕਾਲਡ, ਕੀ ਹੈਗਾ ਸੀ? ਪੋਲੀਮਰਸ। ਸੋ ਦ ਆਨਸਰ ਇਜ਼ ਪੋਲੀਮਰਸ ਹੇਅਰ। ਲੈਟਸ ਸੀ, ਦਿਸ ਇਜ਼ ਦ ਆਨਸਰ। ਟਿਕ ਕੀਤਾ, डी आ गया उसका आंसर। नाउ द पॉइंट इज चूज द करैक्ट ऑप्शन। अगर उत्थे ऑप्शन आपां नूं मंगी है तो आपां डी आंसर हो सकता है। इफ इट इज राइट ए बी सी डी फॉर करैक्ट ऑप्शंस, तो फिर असी ए बी सी डी लिखना है, जिहड़ा भी उहदा आंसर होएगा। लाइक क्वेश्चन 1 इज ए, बट इफ दे से कि चूज द करैक्ट ऑप्शन, देन वी कैन राइट द फुल वन। हाउ कैन वी राइट? इट विल बी डी, polymers. So what is the next question? Plastics are also dash conductors of heat. ਆਪਾਂ ਉੱਥੇ ਪੜਿਆ ਸੀਗਾ, it was poor conductors of heat. Plastics are, पूरी लाइन अगर ਆਪਾਂ देखते हैं, are poor conductors of heat. So next question is done. Plastics are also poor conductors of heat. Third question is, plastics are important class of what? Synthetics ਸੀਗਾ। Plastics form an important class of synthetics. So ਆਪਾਂ ਨੂੰ ਇਹ third question we have been able to find the third answer. So let's go forward. Fourth and fifth question. Dash is the antonym of benefits. So what is antonym? Antonym is opposite of benefits. ਕਿਹੜਾ ਹੋ ਸਕਦਾ ਹੈ? ਪੂਅਰ ਨਹੀਂ ਹੋ ਸਕਦਾ। ਵੀ ਕੈਨ ਇਮੀਡੀਏਟਲੀ ਡਿਸਾਈਡ ਕਿ ਇਹ ਆਂਸਰ ਨਹੀਂ ਹੈ। ਬੈਨੀਫਿਟ ਡਿਫਰੈਂਟ ਵੀ ਨਹੀਂ ਹੋ ਸਕਦਾ, ਇਹ ਵੀ ਇੱਕ ਹੈਗਾ ਆਪਸ਼ਨ। ਹੀਟਿੰਗ ਦਾ ਆਪੋਜ਼ਿਟ ਕੀ ਹੁੰਦਾ ਹੈਗਾ? ਕੂਲਿੰਗ। ਸੋ दैट ਆਲਸੋ कैन नॉट बी। सो वॉट इज हैज़र्ड्स? सो हैज़र्ड्स हो सकता है। सो या तो असी जो मल्टीपल चॉइस क्वेश्चंस करने हैं तो असी ये डिसाइड करना है कि केड़ा इमीजिएटली आंसर जिहड़ा आपां देखण सार आंसर सानू लगता है कि गलत है, तो असी उस नूं देखना है कि ये वाला जिवें आपां एलिमिनेट करता कुछ ते असी ऑप्शंस एलिमिनेट कर सकते हैं। वो आपां कह सकते हैं कि ये तो हो ही नहीं सकता। पुअर दा ऑपोजिट की हुंदा हैगा? रिच। सो पुअर नहीं हो सकता। सो दिस इज़ हाउ वी कैन फाइंड। सो हुण आपां वेखना है कि हैज़र्ड्स उहदे विच है कि नहीं आ रहा, कि हैज़र्ड्स की है। So let's go ahead and see the fourth question. हाँ जी, despite the many different uses of plastics, there are environmental and health hazards associated with their disposal. So इत्थे आपां word जिहड़ा हैगा hazards अपना आ गया है, we have used it, ते उहदे ते सानू पता लग रहा है कि health दे hazards है, that is benefits नहीं हैगे. So this is hazard word. Next question is, to keep environment free of dash, we should use biodegradable environment friendly plastics. So again we can say कि इत्थे भी word जिहड़ा है hazards आएगा, because environment and health hazards associated with their disposal word आ गया. So next we go for the question number 6 to 8. So let's quickly read the question 6 to 8 and find the key words in it. Plastics are used for making containers to be used in microwaves. Containers ते microwaves main word आ गया, तो उन्हां दा क्यों यूज कर रहे हैं असीं इन्हां नूं? कि वो डेकोरेटिव है? नो, डेकोरेटिव भी नहीं हो सकते. आर दे पुअर कंडक्टर्स ऑफ हीट? आर दे गुड कंडक्टर्स ऑफ हीट? और हाँ जी, किहड़े सीगे ओह? लेट अस सी द डेकोरेटिव, पुअर कंडक्टर्स ऑफ हीट, और गुड कंडक्टर्स ऑफ हीट, और flexible. So let us see these. It could be flexible. No, it can't be flexible. So let us see in the next slide. Plastics form and
important class of synthetics, ਤਾਂ ਇੱਥੇ plastics are poor conductors of heat ਸੀਗੇ for the question number 6. So let us see question number 7. When plastics are burnt, they produce electricity, toxic gases and smoke. And what is toxic? Toxic is ਜਿਹੜਾ ਕਿ ठीक नहीं ਹੁੰਦਾ, ਉਹ सही नहीं है, डिफरेंट है, सो उसनों असीं कहने हैं टॉक्सिक। तो टॉक्सिक गैसेज एंड समोक प्रोड्यूस करते हैं ਜਿਹੜੇ हवा ਦੇ ਲਈ शुद्ध नहीं हैं। सो प्लास्टिक्स ਨੂੰ ਜਦੋਂ ਵੀ ਅਸੀਂ बर्न करते हैं, डू दे प्रोड्यूस इलैक्ट्रिसिटी? नो, दे डू नॉट प्रोड्यूस इलैक्ट्रिसिटी। डू दे गिव सोलर पावर? नो, सोलर पावर कौन दिंदा हैगा? इट इज़ सन तो आउंदी हैगी, एंड देन विंड पावर इज़ फ्रॉम द विंड। सो वॉट कैन इट बी? इट ਤਿੰਨ ਆਪਾਂ ਜਿਹੜੀਆਂ ਤਿੰਨ ਆਪਸ਼ਨਸ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਅਗਰ ਕੈਂਸਲ ਕਰ ਦਿੰਦੇ ਹਾਂ ਤਾਂ ਨੈਕਸਟ ਕਮਸ ਟੌਕਸਿਕ ਗੈਸਿਸ ਐਂਡ ਸਮੋਕ। ਤੇ ਆਪਾਂ ਦੇਖਦੇ ਹਾਂ ਕਿ ਸਾਡੇ ਉਹਦੇ ਵਿੱਚ ਲਿਖੇ ਹੋਇਆ ਹੈ ਪੈਰਾਗ੍ਰਾਫ ਦੇ ਵਿੱਚ ਕਿ ਨਹੀਂ। ਸੋ ਲੈਟ ਅਸ ਲੁੱਕ ਫਾਰਵਰਡ ਟੂ ਦ ਨੈਕਸਟ ਥਿੰਗ। ਹਾਂਜੀ, ਵੈਨ ਪਲਾਸਟਿਕਸ ਆਰ ਬਰਨਟ ਦੇ ਪ੍ਰੋਡਿਊਸ ਟੌਕਸਿਕ ਗੈਸਿਸ ਐਂਡ ਸਮੋਕ। ਐਜ਼ ਇਟ ਇਜ਼ ਹੀ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਪਲਾਸਟਿਕਸ ਬਰਨ ਕਰਨ ਵੇਲੇ ਟੌਕਸਿਕ ਗੈਸਿਸ ਪੈਦਾ ਹੁੰਦੀਆਂ ਹਨ ਤੇ ਧੂੰਆਂ ਨਿਕਲਦਾ ਹੈ। ਸੋ ਇਹ ਆਨਸਰ ਆਪਣਾ ਇੱਥੋਂ ਨਿਕਲ ਆਉਂਦਾ ਹੈ, ਫਾਈਂਡ ਹੋ ਜਾਂਦਾ ਹੈ। ਨੈਕਸਟ ਕਮਸ aquatic life refers to living beings in where? What is aquatic life? Aqua, ਤੁਸੀਂ ਸੁਣਿਆ ਹੋਣਾ word aqua, aqua means water. So aquatic life ਕੀ ਹੈਗਾ? refers to living beings in water। ਤਾਂ ਹੀ ਆਪਾਂ ਜਿਹੜਾ ਹੈਗਾ ਕਈ ਵਾਰ ਆਪਾਂ ਦੇਖਦੇ ਹਾਂ ਐਕਵਾ ਗਾਰਡ ਕੀ ਹੁੰਦਾ ਹੈਗਾ, ਆਪਣੇ ਵਾਟਰ ਪਿਊਰੀਫਾਇਰਸ ਲੱਗੇ ਹੁੰਦੇ ਆ। ਸੋ ਉੱਥੇ ਐਕਵਾ ਤੋਂ ਹੀ ਹੈ ਉਹਦੇ ਤੋਂ ਮਤਲਬ। ਸੋ ਹੀਅਰ ਵੀਲ ਫਾਈਂਡ ਇਟ ਇਨ ਦ ਸਟਿਲ ਪ੍ਰੀਵੀਅਸ ਨੌਲੇਜ ਆਪਾਂ ਯੂਜ਼ ਨਹੀਂ ਕਰਨੀ, ਆਪਾਂ ਨੇ ਪੈਰਾਗ੍ਰਾਫ ਦੇ ਵਿੱਚ ਵੀ ਦੇਖਣਾ ਹੈ। ਸੋ ਪਲਾਸਟਿਕਸ ਡੰਪਡ ਇਨ ਵਾਟਰ ਬੋਡੀਜ਼ ਪੋਜ਼ ਅ ਥ੍ਰੈਟ ਟੂ ਐਕੁਆਟਿਵ ਲਾਈਫ। ਸੋ ਉੱਥੇ ਵਰਡ ਦਾ ਮੀਨਿੰਗ ਜਿਹੜਾ ਹੈ ਦੈਟ ਇਜ਼ ਵਾਟਰ। So let's look at the questions 9 to 10. ਤੁਸੀਂ ਬੇਟੇ ਦੇਖਿਆ ਹੋਣਾ ਧਿਆਨ ਨਾਲ, ਇਹ ਜਿਹੜਾ ਪੈਸੇਜ ਹੈਗਾ ਇਹ ਤੁਹਾਡੀ ਵਰਕਬੁੱਕਸ ਦੇ ਵਿੱਚ ਹੀ ਪੈਸੇਜ ਹੈ। ਨਾਓ ਤੁਸੀਂ ਇਸ ਨੂੰ ਦੇਖਣਾ ਹੈ ਕਿ ਇੱਥੇ ਮੈਂ ਕੁਐਸਚਨਸ, ਪੈਸੇਜ ਉਹੀ ਹੈ, ਕੁਐਸਚਨਸ ਜਿਹੜੇ ਉੱਥੇ 6 ਤੱਕ ਕੁਐਸਚਨਸ ਜਿਹੜੇ ਸੀ ਉਹ ਮਲਟੀਪਲ ਚੋਇਸ ਕੁਐਸਚਨ ਸੀਗੇ। 7, 8, 9, 10 ਜਿਹੜੇ ਹੈ ਉਹ ਫਿਲਅਪ ਸੀ ਜਾਂ ਉਹਨੂੰ ਕੰਪਲੀਟ ਕਰਨਾ ਸੀ ਸੈਂਟੈਂਸ। ਬਟ ਆਈ ਹੈਵ ਮੇਡ ਥੀਜ਼ ਲਾਈਕ ਕੁਐਸਚਨਸ ਜਿੱਦਾਂ ਦੇ ਪੇਪਰ 'ਚ ਆ ਸਕਦੇ ਆ, ਕਿਉਂਕਿ ਪੇਪਰ ਇਸ ਵਾਰੀ ਜਿਹੜਾ ਹੈਗਾ ਫਸਟ ਟਰਮ ਦਾ ਜਿਹੜਾ ਐਗਜ਼ਾਮ ਆਉਣਾ ਹੈ ਤੁਹਾਡਾ +1 ਦਾ ਜਾਂ ਈਵਨ +2 ਦਾ ਜਿਹੜਾ ਐਗਜ਼ਾਮ ਹੈ, ਇਟ ਇਜ਼ ਮਲਟੀਪਲ ਚੋਇਸ ਕੁਐਸਚਨ ਬੇਸਡ ਐਗਜ਼ਾਮ। ਅਤੇ ਜਦੋਂ ਮਲਟੀਪਲ ਚੋਇਸ ਕੁਐਸਚਨਸ ਹੋਣਗੇ ਆਨਸਰ ਤਾਂ ਤਕਰੀਬਨ ਉਹੀ ਹੋਏਗਾ ਆਪਣਾ, ਬਟ ਉਹ ਚਾਰਾਂ ਦੇ ਵਿੱਚੋਂ ਲੱਭ ਕੇ ਆਪਾਂ ਨੇ ਇੱਕ ਡਿਸਾਈਡ ਕਰਨਾ ਹੈ ਕਿ ਉਹਦੇ 'ਚੋਂ ਇੱਕ ਆਪਸ਼ਨ ਕਿਹੜੀ ਯੂਜ਼ ਕਰਨੀ ਹੈ। ਅਗਰ ਅਸੀਂ 9th ਕੁਐਸਚਨ ਨੂੰ ਹੁਣ ਅਸੀਂ ਲੈਂਦੇ ਹਾਂ, ਵਿਚ ਸਟੇਟਮੈਂਟ ਇਜ਼ ਫਾਲਸ ਅਕੋਰਡਿੰਗ ਟੂ ਦ ਪੈਸੇਜ। ਇਸ ਨੂੰ ਆਪਾਂ ਸਮਝਣਾ ਹੈ ਕਿ ਇਹ ਸਟੇਟਮੈਂਟ ਇਹਨਾਂ 'ਚੋਂ ਕਿਹੜੀ ਫਾਲਸ ਹੈ। ਇਹਦਾ ਮਤਲਬ ਇੱਕ ਸਟੇਟਮੈਂਟ ਫਾਲਸ ਹੋਊਗੀ, 3 ਸਟੇਟਮੈਂਟਸ ਜਿਹੜੀਆਂ ਹੈਗੀਆਂ ਚਾਰਾਂ ਵਿੱਚੋਂ ਉਹ ਠੀਕ ਹੋਣਗੀਆਂ, ਕਿਉਂਕਿ ਆਪਸ਼ਨ ਇੱਕੋ ਹੀ ਆਪਾਂ ਨੇ ਜਿਹੜਾ ਹੈਗਾ ਜਿਹੜਾ OMR ਸ਼ੀਟ ਆਏਗੀ ਉਸ ਨੂੰ ਅਸੀਂ ਇੱਕ ਆਪਸ਼ਨ ਨੂੰ ਹੀ ਅਸੀਂ ਕਲਰ ਕਰਨਾ ਹੈ, ਇੱਕ ਆਪਸ਼ਨ ਹੀ ਅਸੀਂ ਜਿਹੜੀ ਉਹਦੇ 'ਚ ਭਰਨੀ ਹੈ। ਅਤੇ ਅਗਰ ਸਾਡੀ ਜਿਹੜੀ ਹੈ 3 ਆਪਸ਼ਨਸ ਦੇ ਵਿੱਚੋਂ ਕੋਈ ਇੱਕ ਹੀ ਫਾਲਸ ਹੋਏਗੀ ਸਟੇਟਮੈਂਟ, 3 ਸਟੇਟਮੈਂਟਸ ਟਰੂ ਹੋਣਗੀਆਂ। ਸੋ ਅਗਰ ਜੇ ਸਟੇਟਮੈਂਟਸ ਟਰੂ ਹੁੰਦੀਆਂ ਹਨ ਤਾਂ ਆਪਾਂ ਕੀ ਦੇਖਣਾ ਉਸ ਦੇ ਵਿੱਚ ਕਿ ਜੇ ਸਟੇਟਮੈਂਟ ਟਰੂ ਹੋਵੇ ਤਾਂ ਐਜ਼ ਇਟ ਇਜ਼ ਪੇਪਰ ਦੇ ਉਹਦੇ ਤੁਹਾਡੇ ਪੈਸੇਜ ਦੇ ਵਿੱਚ ਪਈ ਹੋਊਗੀ, ਪੇਪਰ ਦੇ ਵਿੱਚ ਹੋਏਗੀ ਜਿਹੜੀ ਵੀ ਹੈ। ਅਗਰ ਅਸੀਂ ਇਹਦੇ ਵਿੱਚੋਂ ਫਾਲਸ ਸਟੇਟਮੈਂਟ ਲੱਭਣੀ ਹੈ ਤਾਂ ਉਹਦੇ ਵਿੱਚ ਪੇਪਰ ਦੇ ਵਿੱਚ ਉਹਦੇ ਤੋਂ ਫਾਲਸ ਸਟੇਟਮੈਂਟ ਤੋਂ ਡਿਫਰੈਂਟ ਲਿਖਿਆ ਹੋਊਗਾ। ਸੋ ਇਹ 4 ਸਟੇਟਮੈਂਟਸ ਹੈ, ਇਹਨਾਂ ਵਿੱਚੋਂ ਇੱਕ ਸਟੇਟਮੈਂਟ ਗਲਤ ਹੈ। ਪਲਾਸਟਿਕਸ ਰਸਟ ਓਵਰ ਅ ਪੀਰੀਅਡ ਆਫ ਟਾਈਮ। ਪਲਾਸਟਿਕਸ ਨੂੰ ਰਸਟ ਲੱਗਦੀ ਹੈ? ਨਹੀਂ ਲੱਗਦੀ। ਰਸਟ ਕਿਸ ਚੀਜ਼ ਨੂੰ ਲੱਗਦੀ ਹੈ? ਆਇਰਨ ਨੂੰ ਲੱਗਦੀ ਹੈ, ਲੋਹੇ ਨੂੰ ਆਪਣਾ ਜੰਗਾਲ ਲੱਗਦੀ ਹੈ ਰਸਟ। ਸੋ ਇਹ ਇੱਕ ਹੋ ਸਕਦਾ ਹੈ, ਪਰ ਫਿਰ ਇਹ ਜਿਹੜਾ ਹੈਗਾ ਆਪਣੀ ਸਟੇਟਮੈਂਟ ਹੋ ਸਕਦੀ ਹੈ ਜਿਹੜਾ ਕਿ ਆਪਣਾ ਆਨਸਰ ਹੋਵੇ, ਬਟ ਫਿਰ ਵੀ ਅਸੀਂ ਆਪਣਾ ਉਸ ਨੂੰ ਪੇਪਰ ਦੇ ਵਿੱਚ ਲੱਭਣਾ ਹੈ ਕਿ ਉਹ ਸਟੇਟਮੈਂਟ ਐਜ਼ ਇਟ ਇਜ਼ ਦਿੱਤੀ ਹੈ ਕਿ ਉੱਥੇ ਉਹਦਾ ਕੋਈ ਨੈਗੇਟਿਵ ਲਿਖਿਆ ਹੋਇਆ।
Next is plastics are good conductors of heat. Plastics pose health hazards. Plastics can be molded into different shapes and sizes. Let us see what is where we find this. Hanji, however, they do not corrode or rust. Plastics are inflammable, however, they do not corrode or rust. ਇਹਦੇ ਵਿੱਚੋਂ plastics rust ਕਰਦੇ ਹਨ? Plastics are good conductors of heat. ਇਹ statement ਜਿਹੜੀ ਹੈ plastics ਦੀ ਕਿਹੜੇ conductors ਆ ਉਹ? Are they good conductors of heat? No, they are poor conductors of heat. ਹੁਣ ਇੱਥੇ ਜਿਹੜੀ ਹੈ ਦੋ ਆਪਸ਼ਨਸ ਆਉਂਦੀਆਂ ਹਨ ਬਟ ਅਸੀਂ ਭਰਨੀ ਇੱਕੋ ਹੀ ਹੈ. They are poor conductors of heat ਤੇ ਜਿਹੜੇ ਹੈ they do not rust ਆਊਗਾ ਇੱਥੇ. Plastics do not rust. ਇੱਥੇ ਕੀ ਆਊਗਾ? Do not rust. ਅਗਰ ਅਸੀਂ ਇਸ ਨੂੰ do not ਲਿਖਦੇ ਹਾਂ ਤਾਂ ਫਿਰ ਜਿਹੜੀ ਹੈ good conductor of heat ਹੈ ਜਿਹੜਾ this will be the answer. ਫਿਰ B ਆਨਸਰ ਹੋਏਗਾ. ਅਗਰ ਅਸੀਂ ਇੱਥੇ do not ਆਪਾਂ ਨੇ ਚੈੱਕ ਕਰਨਾ ਹੁਣ ਇੱਥੇ ਤੁਸੀਂ ਸਾਰਿਆਂ ਨੇ ਦੇਖਣਾ ਹੈ ਕਿ ਇੱਥੇ ਦੋ ਸਟੇਟਮੈਂਟਸ ਨੇ do not rust over a period of time ਤੇ plastics are good conductors of heat. ਹੁਣ ਇਹ this is purposely written here. ਇੱਥੇ ਅਗਰ ਅਸੀਂ bad ਲਿਖਦੇ ਹਾਂ good ਦੀ ਜਗ੍ਹਾ bad conductor of heat ਹੈ ਤਾਂ then ਇਹ ਵਾਲੀ ਦੇ ਵਿੱਚੋਂ ਆਪਾਂ ਫਿਰ ਇਹ ਵਾਲੀ ਸਟੇਟਮੈਂਟ ਠੀਕ ਹੋਏਗੀ. ਫਿਰ ਆਨਸਰ ਕਿਹੜਾ ਹੋਊਗਾ? ਇਹ ਆਨਸਰ ਹੋਊਗਾ. ਸੋ ਇਹ ਦੋ ਇਸ ਟਾਈਮ ਇਹ ਦੋ ਨੇ. ਇਹਨਾਂ ਦੋਨਾਂ ਦੇ ਵਿੱਚੋਂ we have to ਅਗਰ ਇੱਥੇ do not ਹੋਏਗਾ ਤਾਂ ਫਿਰ ਇਹ ਵਾਲਾ ਫਿਰ ਇਹ ਵਾਲਾ ਆਨਸਰ ਬਣੇਗਾ ਉਹਦਾ ਕਿਉਂਕਿ ਇਹ ਫਾਲਸ ਸਟੇਟਮੈਂਟ ਹੈ. ਅਗਰ ਇੱਥੇ ਅਸੀਂ ਬੈਡ ਕੰਡਕਟਰ ਲਿਖਦੇ ਹੈਗੇ ਆ ਤਾਂ ਫਿਰ ਤਾਂ ਇਹ ਸਹੀ ਸੈਂਟੈਂਸ ਹੋ ਜਾਣਾ ਹੈ. ਅਗਰ ਅਸੀਂ ਇੱਥੇ ਗੁੱਡ ਕੰਡਕਟਰ ਲਿਖਦੇ ਹਾਂ ਤਾਂ then this is false. So at this time these two statements are false. ਠੀਕ ਹੈ. ਇਹ ਸਿਰਫ ਤੁਹਾਨੂੰ ਜ਼ਿਆਦਾ ਸਮਝਾਉਣ ਲਈ ਇਹਦੇ 'ਚ ਦੱਸਿਆ we have to be careful about not ਕਿ ਉੱਥੇ not ਲਿਖਿਆ ਹੈ ਕਿ ਨਹੀਂ ਉਸ ਚੀਜ਼ ਨੂੰ ਵੀ ਅਸੀਂ ਚੈੱਕ ਕਰਨਾ ਹੈ. So this is definitely plastics pose a health hazards. No, they don't. Plastics can be molded into different shapes and sizes. Yes. So however they do not corrode or rust. Plastics ਜਿਹੜੇ ਹੈਗੇ ਆ ਉਹ rust ਨਹੀਂ ਕਰਦੇ. So ਜੇ ਅਸੀਂ ਇੱਥੇ plastics rust over a period of time ਤਾਂ then this is false statement. ਇੱਥੇ ਜਿਹੜਾ ਹੈਗਾ good ਦੀ ਜਗ੍ਹਾ bad ਹੋਣਾ ਚਾਹੀਦਾ. Next question is ਇੱਥੇ ਜਿਹੜਾ ਹੈ it should be bad. Plastics pose health hazards. Plastics can be molded into different shapes and sizes. Let us see the question number 10. What should be done to save environment from plastic accumulation and disposal? Accumulation ਕੀ ਹੁੰਦਾ ਹੈ? Accumulation ਹੁੰਦਾ ਹੈ ਜਦੋਂ ਅਸੀਂ ਪਲਾਸਟਿਕ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹਾਂ. ਜਿਹੜੀਆਂ ਵੀ ਵਨ ਟਾਈਮ ਯੂਜ਼ ਕਰਦੇ ਹਾਂ ਪਲਾਸਟਿਕਸ ਉਹਨਾਂ ਨੂੰ ਆਪਾਂ ਉਹ ਜਿਹੜੀਆਂ ਹੈਗੀਆਂ ਡਿਗਰੇਡ ਤਾਂ ਹੁੰਦੀਆਂ ਨਹੀਂ ਉਹ এনवायरमेंट ਦੇ ਵਿੱਚ ਉਹ ਅਕਿਊਮੂਲੇਟ ਹੀ ਹੋਈ ਜਾਂਦੀਆਂ ਇਕੱਠੀਆਂ ਹੋਈ ਜਾਂਦੀਆਂ ਉਹ ਸਾਡੇ ਕੋਈ ਧਰਤੀ ਤੇ ਇਕੱਠੀਆਂ ਹੋਈ ਜਾਂਦੀਆਂ ਕੋਈ ਪਾਣੀ ਦੇ ਵਿੱਚ ਇਕੱਠੀਆਂ ਹੋਈ ਜਾਂਦੀਆਂ ਤਾਂ ਉਸ ਨੂੰ ਤੇ ਡਿਸਪੋਜ਼ਲ ਉਹਨਾਂ ਦੀ ਸਹੀ ਤਰੀਕੇ ਨਾਲ ਹੁੰਦੀ ਨਹੀਂ ਉਹ ਜਿਹੜੀ ਹੈਗੀ ਹੈ ਖਤਮ ਨਹੀਂ ਹੁੰਦੀ ਆਪਣਾ ਉਹ ਬਾਇਓਡੀਗ੍ਰੇਡੇਬਲ ਨਹੀਂ ਹੈ ਬਾਇਓਡੀਗ੍ਰੇਡੇਬਲ ਮਤਲਬ ਜਿਹੜੀ ਕਿ ਜਲਦੀ ਉਹਦੀ ਲਾਈਫ ਖਤਮ ਹੋ ਜਾਵੇ ਤੇ ਉਹ ਆਪਣਾ ਧਰਤੀ ਦੇ ਨਾਲ ਮਿੱਟੀ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਬਾਇਓਡੀਗ੍ਰੇਡੇਬਲ ਬਟ ਪਲਾਸਟਿਕ ਇਸ ਤਰ੍ਹਾਂ ਨਹੀਂ ਹੁੰਦੀ ਸੋ ਅਸੀਂ ਕੀ ਕਰਨਾ ਹੈ what should be done to save environment from plastic accumulation and disposal ਕਿ ਸਹੀ ਡਿਸਪੋਜ਼ਲ ਹੋਵੇ ਉਸ ਦੀ ਤੇ ਉਹ ਇਕੱਠਾ ਨਾ ਹੋਵੇ ਪਲਾਸਟਿਕ ਦੇ ਢੇਰਾਂ ਦੇ ਢੇਰ ਨਾ ਲੱਗੀ ਜਾਣ ਸਾਡੇ এনवायरमेंट ਨੂੰ ਖਰਾਬ ਨਾ ਕਰਨ ਤਾਂ ਉਹ ਹੁਣ ਪੈਰਾਗ੍ਰਾਫ ਦੇ ਵਿੱਚੋਂ ਅਸੀਂ ਇਹ ਚੀਜ਼ ਲੱਭਣੀ ਹੈ So what are the options? Let us see the options. Reducing use of plastics, recycling plastic objects, ਜਾਂ using biodegradable plastics. ਇਹਨਾਂ ਚੋਂ ਕਿਹੜਾ ਆਨਸਰ ਹੋ ਸਕਦਾ ਹੈ ਕਿ ਸਾਰੇ ਹੋ ਸਕਦੇ ਹਨ ਸੋ ਜੇ ਸਾਰੇ ਹੋ ਸਕਦੇ ਹਨ it can be A, B, C or D ਤਾਂ ਸਾਰੇ ਹੋ ਸਕਦੇ ਹਨ ਤਾਂ ਆਪਣਾ ਉੱਪਰ ਵਾਲੇ ਤਿੰਨੋਂ ਸਹੀ ਹਨ ਬਟ
वो आंसर नहीं बन सकता, ए कल्ला आंसर नहीं है, ए भी हो सकता है, ए प्लस बी प्लस सी अगर करते हैं तो डी बन जाता है ऑल ऑफ द अबव. सो लेट अस सी, लेट्स सी द लास्ट लाइन्स. ओके, आपां पहलां उपरों पढ़ लेने पैराग्राफ. दिस इज बिकॉज प्लास्टिक्स आर नॉन बायोडिग्रेडेबल. सो ਜਿਹੜੇ प्लास्टिक है ਉਹ बायोडिग्रेडेबल नहीं हैं, मतलब ਉਹ ਧਰਤੀ ਵਿੱਚ ਮਿੱਟੀ ਨਾਲ ਮਿੱਟੀ नहीं हो सकते, ਉਹ ਪਏ ਰਹਿ ਜਾਂਦੇ ਹੈ ਤੇ ਉਹਨਾਂ ਦੀ ਜਗ੍ਹਾ ਢੇਰ ਵੱਧਦੇ ਜਾਂਦੇ ਹਨ. Means accumulation of plastics is considered a serious problem because most of the methods used to dispose them of result in some type of damage to the environment. सो ਜਿਹੜੇ प्लास्टिक है ये डैमेज करते हैं टू द एनवायरमेंट. Plastics dumped in water bodies pose a threat to aquatic life. Plastics that get buried prevent rainwater from seeping into the ground. This affects the growth of plants. When plastics are burnt, they produce toxic gases and smoke. Hence, reducing the usage of plastics. नंबर 1 कि असी जिहड़ा प्लास्टिक है उस दी यूसेज घट करिए, जिथे जरूरत पवे असी उत्थे प्लास्टिक दी वरतों घट करिए. नंबर 2 रीसाइकलिंग प्लास्टिक ऑब्जेक्ट्स. दूसरी गल जिहड़ी हैगी है कि असी प्लास्टिक ऑब्जेक्ट्स नू रीसाइकल करिए, एक बारी उसनू वरत लिया फिर उसनू दोबारा किसी तरीके दे नाल उसनू यूज़ किया जा सके तो दैट इज़ कॉल्ड रीसाइकलिंग. एंड यूजिंग बायोडिग्रेडेबल एनवायरमेंट फ्रेंडली प्लास्टिक्स. तो वो वाले प्लास्टिक असी यूज़ करिए जिहड़े बायोडिग्रेडेबल होण इज़ द ओनली सोल्यूशन. सो ये तीनों चीज़ां इंपॉर्टेंट हैं, 1 2 एंड 3. सो नैक्सट आप अगे देखते हाँ कि उत्थे अपनी ऑप्शनस की सीगियां. रिड्यूसिंग यूज ऑफ प्लास्टिक्स, रीसाइकलिंग प्लास्टिक ऑब्जेक्ट्स ते यूजिंग बायोडिग्रेडेबल प्लास्टिक्स. सो ऑल द अबव इज द आंसर. ते 10 जिहड़ा आंसर है वो डी, ऑप्शन डी, ऑल द अबव. हाँ जी, नैक्सट पैसेज कैन बी पोइट्री. सानू जिहड़ा इस वारी पेपर आना है उस दे विच पहला क्वेश्चन जिहड़ा सी दैट वाज comprehension passage with 10 questions, and 10 questions will be multiple choice questions and the answer will be 10 questions, 10 answers and 10 marks. उस तो बाद जिहड़े हैगे पोइट्री सैक्शन दा आपां नूं 4 questions आने हैं and that will be from the poetry stanza comprehension. So let us see कि ये किस तरह इहदे multiple choice questions आंदे हैं. So let us read the stanza. Whose feet were those tinkling with anklets, touching his breast of a sudden? He woke up startled, and a light from a woman's lamp fell on his forgiving eyes. It was dancing girl starred with jewels, wearing a pale blue mantle, drunk with the wine of her youth. So what is this? This is from one of our poems. So this paragraph will be based on the poem we have in our syllabus. So let us read the questions first and then come back to the poem. Whose feet were those tinkling with? Whose feet were those? Those tinkling with. The lady's feet. So the lady's feet. The lady's feet. Which lady's feet? The lady's feet. Will it be this? No. This will be apostrophe S. It will be lady's feet. Ladies' feet were those tinkling with. They were tinkling with. What were they tinkling with? They were tinkling with anklets. So we'll read the next sentence. Dash fell on his forgiving eyes. Can a lamp fall on the forgiving eyes? No. Can a bulb fall? No. Can a tube light fall? No. It was the light. So we have to decide. First we can cancel. Then we can
even this we cannot, this we cannot. So we will look at, ਅਸੀਂ ਇਹ ਕਰ ਸਕਦੇ ਹਾਂ ਕਿ ਪਹਿਲਾਂ ਅਸੀਂ ਜਿਹੜੇ ਅਗਰ ਕੁਐਸਚਨ ਪੜ੍ਹ ਰਹੇ ਹਾਂ ਉਸ ਟਾਈਮ ਅਸੀਂ ਦੋ ਤਾਂ ਆਪਸ਼ਨ ਸਾਡੀਆਂ ਕਲੀਅਰਲੀ ਆਊਟ ਹੋ ਜਾਂਦੀਆਂ, ਉਸ ਤੋਂ ਬਾਅਦ ਆਪਾਂ ਦੋ ਦੇ ਵਿੱਚ ਅਗਰ ਕਨਫਿਊਜ਼ਨ ਹੈ ਤਾਂ ਅਸੀਂ ਉਸ ਨੂੰ ਪੈਰਾਗ੍ਰਾਫ ਪੜ੍ਹ ਕੇ ਫਿਰ ਅਸੀਂ ਡਿਸਾਈਡ ਕਰ ਸਕਦੇ ਹਾਂ. ਸੋ ਲੈਟ ਅਸ go ahead and look at the paragraph. We'll read the third question later. Hanji, whose feet were those tinkling with anklets, touching his breast of a sudden? He woke up startled, and a light from a woman's lamp fell on his forgiving eyes. What had fallen on the woman's on his forgiving eyes? Lamp did not fall, so we have to see this. अगर ਅਸੀਂ ਇੱਥੇ ਦੇਖਦੇ ਹਾਂ ਤਾਂ ਇੱਕਦਮ ਆਪਾਂ ਨੂੰ ਲੱਗਦਾ ਕਿ ਲੈਂਪ ਗਿਰਿਆ ਸੀਗਾ. No, it was a light from a woman's lamp. ਕਿਹੜੀ ਕਿਸ ਥਾਂ ਤੋਂ ਲਾਈਟ ਸੀਗੀ? From a woman's lamp. So let us see, look at the question again. Dash fell on his forgiving eyes. It was light from the lamp, not the lamp. See, a light from a woman's lamp. So fell on his forgiving eyes. So ਆਪਾਂ ਨੇ ਛੋਟਾ ਜਿਹਾ ਦੇਖ ਕੇ ਆਪਣਾ ਲੈਂਪ ਆਂਸਰ ਨਹੀਂ ਕਰ ਦੇਣਾ, ਕਿਉਂਕਿ ਇੱਥੇ ਦੋਨੋਂ ਵਰਡਸ ਇਕੱਠੇ ਲਿਖੇ ਹੋਏ ਹੈ. ਵੀ ਹੈਵ ਟੂ ਰੀਡ ਦ ਲਾਈਨ ਇਨ ਟੋਟੈਲਿਟੀ. ਪੂਰਾ ਸੈਂਟੈਂਸ ਪੜ੍ਹ ਕੇ ਫਿਰ ਆਪਾਂ ਡਿਸਾਈਡ ਕਰਨਾ ਹੈ ਕਿ ਉੱਥੇ ਗਿਰਿਆ ਕੀ ਸੀਗਾ. ਉੱਥੇ ਉਸਨੇ ਲਾਈਟ ਪਈ ਸੀ ਉਹਦੀਆਂ ਜਿਹੜੀਆਂ ਅੱਖਾਂ ਦੇ ਵਿੱਚ, ਤਾਂ ਉਸਨੇ ਉਸ ਨੂੰ ਮਾਫ ਕਰ ਦੇਣ ਵਾਲੀਆਂ ਨਜ਼ਰਾਂ ਨਾਲ ਦੇਖਿਆ. ਸੋ ਲੈਟ ਅਸ ਗੋ ਅਹੈਡ ਫॉर ਦ ਥਰਡ ਕੁਐਸਚਨ. The dusty earth is not fit bed for you. Who spoke these words? ਇੱਥੇ ਆਪਾਂ ਨੇ ਪੋਇਟਰੀ ਦੇ ਅਕੋਰਡਿੰਗ ਦੇਖਣਾ ਹੈ ਕਿ ਉਹਦੇ ਵਿੱਚ ਕਿਸ ਨੇ ਇਹ ਲਾਈਨਾਂ ਕਹੀਆਂ ਸੀਗੀਆਂ. The dusty earth is not fit for you. ਕਿਸ ਨੇ ਬੋਲਿਆ? ਐਕਟਰੈਸ, the actress, B the painter, C the dancer, D the singer. ਇਹਦੇ ਵਿੱਚ ਐਕਟਰੈਸ ਤੇ ਹੈ ਹੀ ਕੋਈ ਨਹੀਂ, ਨਾ ਹੀ ਇਹਦੇ ਵਿੱਚ ਪੇਂਟਰ ਹੈ ਕੋਈ, ਨਾ ਸਿੰਗਰ ਹੈ. So what can be the answer? The dancer. But ਆਪਾਂ ਨੂੰ ਦੇਖਣਾ ਤਾਂ ਪੈਣਾ ਹੈ, ਚੈੱਕ ਕਰਨਾ ਪੈਣਾ ਹੈ ਕਿ ਕਿੱਥੇ ਹੈ ਜਿੱਥੇ ਅਸੀਂ ਆਪਣਾ ਉਸ ਦਾ ਜਵਾਬ ਲੱਭਣਾ ਹੈ. Forgive me, young ascetic, said the woman. Graciously come to my house. The dusty earth is not fit bed for you. So who said this? This is the woman. Who was the woman? She was the dancer. Who was the woman? Let's see. It was a dancing girl, starred with jewels, wearing a pale blue mantle, drunk with the wine of her youth. So ਉਹ ਲੜਕੀ ਕੌਣ ਸੀ? ਡਾਂਸਿੰਗ ਗਰਲ ਸੀਗੀ. ਤੇ ਡਾਂਸਿੰਗ ਗਰਲ ਜਾਂ ਅਸੀਂ ਉਸ ਨੂੰ ਕਹਿ ਸਕਦੇ ਹਾਂ the dancer. So this is the answer. The young ascetic answered, woman, go on your way. When the time is ripe, I will come to you. So ਹੁਣ ਆਪਣਾ ਉਹ ਕਹਿੰਦਾ ਤੁਸੀਂ ਆਪਣੇ ਰਸਤੇ ਜਾਓ, ਜਦੋਂ ਟਾਈਮ ਸਹੀ ਹੋਊਗਾ ਤਾਂ ਮੈਂ ਤੁਹਾਡੇ ਕੋਲ ਆਵਾਂਗਾ. ਸੋ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ. Let's see the question number 4. When the time is ripe, I will come to you. Who spoke these words? Was it the ascetic, the king, the queen, the poet? Poet ਵੀ ਨਹੀਂ ਸੀ. Who is the poet? Let's see. ਇਸ poem ਦਾ poet ਕੌਣ ਹੈ? ਰਵਿੰਦਰਨਾਥ ਟੈਗੋਰ. ਬਟ ਰਵਿੰਦਰਨਾਥ ਟੈਗੋਰ ਤਾਂ ਸਟੋਰੀ ਦੱਸ ਰਹੇ ਨੇ ਐਂਡ ਕਿਤੇ ਵੀ ਮੈਂਸ਼ਨਡ ਨਹੀਂ ਹੈਗਾ ਕਿ ਕਿਸ ਨੇ ਬੋਲਿਆ ਹੈ. ਕਿੰਗ ਤੇ ਕੁਈਨ ਦੀ ਗੱਲ ਹੀ ਕੋਈ ਨਹੀਂ ਹੋ ਰਹੀ. ਸੋ ਜੇ ਅਸੀਂ ਐਲੀਮੀਨੇਸ਼ਨ ਨਾਲ ਵੀ ਕਰੀਏ ਤਾਂ ਵੀ ਕੈਨ find the solution to question number 4. So who was the person who spoke these words? It was the ascetic. So the next question is, when the time is ripe means, when the time is ripe ਦਾ ਕੀ ਮਤਲਬ ਹੈ? ਨੀਚੇ ਵਾਲੀਆਂ ਤਿੰਨ ਆਪਸ਼ਨਸ ਹੈ. when the time is right, ਜਦੋਂ ਸਮਾਂ ਸਹੀ ਹੋਊਗਾ. when the time is wrong, ਜਦੋਂ ਗਲਤ ਸਮਾਂ ਹੋਊਗਾ. the future time, ਆਉਣ ਵਾਲਾ ਸਮਾਂ. the past time, ਜੋ ਬੀਤ ਚੁੱਕਿਆ ਹੈ. ਸੋ ਆਪਾਂ ਦੇਖਦੇ ਹਾਂ ਕਿ ਉੱਥੇ ਇਹਦਾ ਕੀ ਮਤਲਬ ਸੀਗਾ. the young ascetic answered, woman, go on your way. ਤੁਸੀਂ ਆਪਣੇ ਰਸਤੇ ਤੇ ਜਾਓ. when the time is ripe, I will come to you. ਜਦੋਂ ਸਮਾਂ ਸਹੀ ਹੋਊਗਾ ਉਸ ਟਾਈਮ ਮੈਂ ਤੁਹਾਨੂੰ ਮਿਲਣ ਆਊਂਗਾ. ਸੋ ਇਸ ਦਾ ਮੀਨਿੰਗ ਹੈ ਕਿ ਹੁਣ ਤੂੰ ਮੈਨੂੰ ਸੱਦ ਨਾ, ਹੁਣ ਤੂੰ ਨਾ ਮੈਨੂੰ ਬੁਲਾ, ਮੈਂ ਜਦੋਂ ਤੁਹਾਨੂੰ ਜ਼ਰੂਰਤ ਹੋਏਗੀ ਉਸ ਟਾਈਮ ਮੈਂ ਹੀ ਤੁਹਾਡੇ ਕੋਲ ਆਊਂਗਾ. ਤਾਂ let us read the poem once more and then you can
see how we attempted it. Okay. Whose feet were those tinkling with anklets, touching his breast of a sudden? He woke up startled, and a light from a woman's lamp fell on his forgiving eyes. It was dancing girl, starred with jewels, wearing a pale blue mantle, drunk with the wine of her youth. She lowered her lamp and saw young face, austerely beautiful. Forgive me, young ascetic, said the woman. Graciously come to my house. The dusty earth is not fit bed for you. The young ascetic answered, Woman, go on your way. When the time is ripe, I will come to you. So this is, which poem is it? It is Upgupt. But how do you spell it? U-P-A-U Upa Gupta, G-U-P-T-A. But the monk was named Upgupt. So, when the time is ripe, I will come to you. So, what was the question? Let's see. When the time is ripe means when the time is right. So, which is the answer? When the time is right, I will come to you. So, when the time is ripe, option A is the answer for question number 5. So, let us discuss. In the term 1, we will have one comprehension passage, that will be 10 marks, and all the questions will be multiple choice questions. And the second stanza will be the comprehension. It will also be a kind of a comprehension question only. There will be 4 questions from the given stanza. Here I have just to show you that it can be another question like this. I have given 5, but there will be 4 questions and that will be 4 marks. So, this again is the answer for the 5th question. Let us see, we can decide what we can do is, now that we already know that in the term 1 we have 40 questions, 40 marks, and you will be given 1 hour to answer the questions, and it will be a multiple choice question paper. You will be given an OMR sheet where you will be given options A, B, C and D, and you will have to fill the option required. This is one type of OMR sheet, and when you give the answer for, let us say, question number 5, the answer is A, you will have to fill this. So, how is our question paper? Let us see. Question paper is 40 questions, 40 marks, and time given is 60 minutes. Time given is 60 minutes. So, you have to answer in 60 minutes only. You have to be careful in reading the questions. First, answer those questions which you know. So, first we will be given 10 questions comprehension, then 4 marks, then we will be given 8 questions from section A of our book, that is intensive reading. Then we will get the next question will be 8 marks. It will be from extensive reading, that will be 3 lessons for 3 lessons and how many questions? 3 lessons, and questions will be 8. So, we will be having 8 questions from 3 lessons. This will be again comprehension, this will be from the text. Who was the astrologer? What was the person's name who came and showed his palm to the astrologer? That was Guru Nanak. So, those will be questions from the text,
and then we have translation from English to Punjabi and Punjabi to English, and all the grammar portion. We have to do all the grammar portion which has been which is there in our syllabus. So, you have to be careful in handling your questions and your question paper. 40 questions, 40 marks and 60 minutes, and there can be no riffraff because you have to be clear for the options. A, is it A or is it B or is it C? So, let us just complete what we have been doing. This is a reading comprehension question skill class today. So, we have to be very careful in answering all our questions and filling the OMR sheet, and how to attempt the reading section we have already discussed, and what things we have to be careful about in a reading section. We have to be very careful when we start our topic. We have to look at the questions first, and then we have to preview what the text is, then we have to interpret instructions and questions, then skim from the journal idea, then scan for specific answers, check your answers and fill your OMR sheet very well. And we have to thank you for this, and God bless you. Keep studying and work well. Thank you so much.